एवरीवन वेलकम टू स्टडी शॉकर्स हियर स्टडी बिकम्स ईजियर। सो ਤੁਹਾਨੂੰ ਪਤਾ ਜੀ ਪੀਐਸਟੈਟ 2021 ਅਨਾਉਂਸ ਹੋ ਚੁੱਕਿਆ 24 ਦਸੰਬਰ ਦਾ ਐਗਜ਼ਾਮ ਰੱਖਿਆ ਗਿਆ। ਸੋ ਉਸ ਦੇ ਲਈ ਆਪਾਂ ਸਾਈਕੋਲੋਜੀ ਦੇ ਕੰਟੈਂਟ ਦੀ ਇੱਕ ਸੀਰੀਜ਼ ਸ਼ੁਰੂ ਕੀਤੀ ਹੋਈ ਹੈ। ਉਸ ਦੀ ਵੀਡੀਓਜ਼ ਦਾ ਲਿੰਕ ਤੁਹਾਨੂੰ ਆਈ ਬਟਨ ਤੇ ਕਲਿੱਕ ਕਰਕੇ ਮਿਲ ਜਾਏਗਾ। ਤੁਸੀਂ ਅਗਰ ਕੰਟੈਂਟ ਨਹੀਂ ਕੀਤਾ ਹੋਇਆ, ਥਿਊਰੀਜ਼ ਦੀ ਵੀਡੀਓਜ਼ ਨਹੀਂ ਦੇਖੀਆਂ ਤਾਂ ਇੱਕ ਵਾਰ ਉਹਨਾਂ ਵੀਡੀਓਜ਼ ਨੂੰ ਜ਼ਰੂਰ ਦੇਖੋ। ਤੇ ਉਸ ਤੋਂ ਇਲਾਵਾ ਆਪਾਂ ਐਮਸੀਕਿਊਜ਼ ਦੀ ਇੱਕ ਸੀਰੀਜ਼ ਸ਼ੁਰੂ ਕੀਤੀ ਹੋਈ ਹੈ, ਜਿਸ ਦੇ ਵਿੱਚ ਆਪਾਂ ਲੈ ਕੇ ਆਏ ਜੀ ਅੱਜ ਦੂਸਰੀ ਵੀਡੀਓ। ਤੇ ਇਹਦੇ ਵਿੱਚ ਆਪਾਂ ਸੈਟ 2 ਦੇ ਸਾਰੇ ਕੁਐਸਚਨਸ ਜਿਹੜੇ ਸੋਲਵ ਕਰਨ ਵਾਲੇ ਹਾਂ। ਸੋ ਸ਼ੁਰੂ ਕਰਦੇ ਹਾਂ ਜੀ ਵੀਡੀਓ ਨੂੰ। ਹਾਂਜੀ, ਸਭ ਤੋਂ ਪਹਿਲਾ ਕੁਐਸਚਨ ਆਪਣੇ ਕੋਲ, ਦ ਚਿਲਡਰਨ ਆਫ 6 to 11 ਈਅਰਸ ਬਿਕਮ ਪ੍ਰੋਪੋਰਸ਼ਨੇਟਲੀ ਥਿਨਰ ਬਿਕੋਜ਼। ਤੇ ਉਹ ਕਹਿੰਦੇ ਜਿਹੜੇ 6 ਤੋਂ 11 ਸਾਲ ਤੱਕ ਦੇ ਬੱਚੇ ਹੁੰਦੇ ਆ ਉਹ ਪ੍ਰੋਪੋਰਸ਼ਨੇਟਲੀ ਥੋੜੇ ਪਤਲੇ ਹੋ ਜਾਂਦੇ ਆ, ਕਿਉਂ? ਫਸਟ ਹੈ ਕਿ ਡੂ ਅ ਲੋਟ ਆਫ ਐਕਸਰਸਾਈਜ਼, ਉਹ ਬਹੁਤ ਜ਼ਿਆਦਾ ਐਕਸਰਸਾਈਜ਼ ਕਰਦੇ ਆ। ਸੈਕਿੰਡ ਆਪਸ਼ਨ, ਗੇਨ ਹਾਈਟ ਡਿਊਰਿੰਗ ਦਿਸ ਪੀਰੀਅਡ, ਕਿ ਇਸ ਪੀਰੀਅਡ ਦੇ ਵਿੱਚ ਉਹਨਾਂ ਦੀ ਹਾਈਟ ਇਨਕਰੀਜ਼ ਹੋ ਜਾਂਦੀ ਹੈ। ਸੀ, ਈਟ ਜੰਕ ਫੂਡ, ਕਿਉਂਕਿ ਉਹ ਜ਼ਿਆਦਾ ਜੰਕ ਫੂਡ ਖਾਣ ਲੱਗ ਜਾਂਦੇ ਆ। ਡੀ, ਅ ਲੋਟ ਆਫ ਟੈਲੀਵਿਜ਼ਨ, ਕਿ ਉਹ ਬਹੁਤ ਜ਼ਿਆਦਾ ਟੈਲੀਵਿਜ਼ਨ ਦੇਖਣ ਲੱਗਦੇ ਆ, ਇਸ ਕਰਕੇ ਪਤਲੇ ਹੋ ਜਾਂਦੇ ਆ। ਸੋ ਇਸ ਦਾ ਰਾਈਟ ਆਪਸ਼ਨ ਹੋਏਗਾ ਜੀ ਆਪਸ਼ਨ ਨੰਬਰ ਬੀ, ਕਿਉਂਕਿ ਇਸ ਪੀਰੀਅਡ ਦੇ ਵਿੱਚ ਉਹਨਾਂ ਦੀ ਫਿਜ਼ੀਕਲ ਜਿਹੜੀ ਗਰੋਥ ਹੈ ਸਭ ਤੋਂ ਜ਼ਿਆਦਾ ਹੁੰਦੀ ਹੈ। ਤਾਂ ਉਹਨਾਂ ਦੀ ਹਾਈਟ ਇਨਕਰੀਜ਼ ਹੋਣ ਦੇ ਨਾਲ ਨਾਲ ਉਹਨਾਂ ਦਾ ਵੇਟ ਜਿਹੜਾ ਉਹ ਘਟਦਾ, ਉਹ ਪਤਲੇ ਹੋਣਾ ਸ਼ੁਰੂ ਹੋ ਜਾਂਦੇ ਆ। ਸੋ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਪਸ਼ਨ। ਵਿਚ ਆਫ ਦਾ ਫੋਲੋਇੰਗ ਇਜ਼ ਨੋਟ ਦਾ ਐਸਪੈਕਟਸ ਆਫ ਡਿਵੈਲਪਮੈਂਟ, ਹੇਠਾਂ ਲਿਖਿਆਂ ਵਿੱਚੋਂ ਵਿਕਾਸ ਦਾ ਕਿਹੜਾ ਖੇਤਰ ਨਹੀਂ ਹੈ? ਫਸਟ ਹੈ ਫਿਜ਼ੀਕਲ ਡਿਵੈਲਪਮੈਂਟ, ਸੈਕਿੰਡ ਸੋਸ਼ਲ ਡਿਵੈਲਪਮੈਂਟ, ਥਰਡ ਕੋਗਨੀਟਿਵ ਡਿਵੈਲਪਮੈਂਟ, ਫੋਰਥ ਮੈਚਿਓਰਿਟੀ। ਅਗਰ ਥਿਊਰੀ ਦੀ ਵੀਡੀਓਜ਼ ਲਗਾਈਆਂ ਹੋਈਆਂ ਤਾਂ ਆਪਾਂ ਥਿਊਰੀ ਵੀਡੀਓਜ਼ 'ਚ ਤੁਹਾਨੂੰ ਸਾਰੇ ਐਸਪੈਕਟ, ਸਾਰੇ ਡੋਮੇਨ ਜਿਹੜੀਆਂ ਕਰਵਾਏ ਸੀਗੇ, ਤਾਂ ਤੁਹਾਨੂੰ ਇੱਥੇ ਦੇਖਿਆ ਹੋਏਗਾ ਮੈਚਿਓਰਿਟੀ ਜਿਹੜਾ ਉਹਨਾਂ ਦੇ ਐਸਪੈਕਟਸ ਦੇ ਵਿੱਚ ਇਨਕਲੂਡ ਨਹੀਂ ਹੁੰਦਾ। ਸੋ ਰਾਈਟ ਆਪਸ਼ਨ ਹੋਏਗਾ ਨੰਬਰ 4, ਮੈਚਿਓਰਿਟੀ ਇਜ਼ ਨੋਟ ਦਾ ਐਸਪੈਕਟ ਆਫ ਡਿਵੈਲਪਮੈਂਟ। ਬਾਕੀ ਫਿਜ਼ੀਕਲ ਯਾਨੀ ਕਿ ਸਰੀਰਕ, ਸੋਸ਼ਲ ਯਾਨੀ ਕਿ ਸਮਾਜਿਕ, ਤੇ ਕੋਗਨੀਟਿਵ ਯਾਨੀ ਕਿ ਬੌਧਿਕ ਡਿਵੈਲਪਮੈਂਟ ਜਿਹੜਾ ਡਿਵੈਲਪਮੈਂਟ ਦੇ ਐਸਪੈਕਟਸ ਨੇ। ਆਪਸ਼ਨ ਨੰਬਰ 3, ਰੀਜ਼ਨਿੰਗ, ਕਰਿਓਸਿਟੀ ਐਂਡ ਆਬਜ਼ਰਵੇਸ਼ਨ ਆਰ ਡਿਵੈਲਪਡ ਐਟ ਦਾ ਏਜ ਆਫ। ਫਸਟ ਆਪਸ਼ਨ ਹੈ ਜੀ 7 ਈਅਰ, ਬੀ 11 ਈਅਰ, ਸੀ 9 ਈਅਰ, ਡੀ 6 ਈਅਰ। ਤਾਂ ਕਿਹੜੀ ਏਜ ਦੇ ਵਿੱਚ ਬੱਚਿਆਂ ਵਿੱਚ ਰੀਜ਼ਨਿੰਗ, ਕਰਿਓਸਿਟੀ ਤੇ ਆਬਜ਼ਰਵੇਸ਼ਨ ਜਿਹੜੀ ਆ ਬਹੁਤ ਜ਼ਿਆਦਾ ਡਿਵੈਲਪ ਹੋ ਜਾਂਦੀ ਹੈ? ਸੀ। ਅਗਰ ਤੁਹਾਨੂੰ ਆਪਣੀ ਥਿਊਰੀ ਦੀ ਵੀਡੀਓ ਲਗਾਈ ਹੈ ਸਟੇਜ ਆਫ ਡਿਵੈਲਪਮੈਂਟ, ਤਾਂ ਉਹਦੇ ਵਿੱਚ ਆਪਾਂ ਤੁਹਾਨੂੰ ਕਰਵਾਇਆ ਕਿ ਕਿਸ ਏਜ ਦੇ ਵਿੱਚ ਜਿਹੜਾ ਉਹ ਰੀਜ਼ਨਿੰਗ, ਲੌਜਿਕ ਜਿਹੜਾ ਉਹ ਲਗਾਉਣਾ ਸ਼ੁਰੂ ਕਰ ਦਿੰਦੇ ਆ। ਉਹਨਾਂ ਦੇ ਵਿੱਚ ਕਰਿਓਸਿਟੀ, ਆਬਜ਼ਰਵੇਸ਼ਨ ਜਿਹੜੀ ਸ਼ੁਰੂ ਹੋ ਜਾਂਦੀ ਹੈ 9 ਈਅਰ ਦੀ ਏਜ ਦੇ ਵਿੱਚ, ਜਿਹੜੇ ਉਹਨਾਂ ਦੇ ਵਿੱਚ ਇਹ ਸਾਰੀ ਚੀਜ਼ਾਂ ਸ਼ੁਰੂ ਹੋ ਜਾਂਦੀਆਂ ਨੇ। ਦੇਖਿਆ ਹੋਗਾ 9 ਸਾਲ ਦੇ ਬੱਚੇ ਯਾਨੀ ਕਿ ਇਸ ਏਜ ਦੇ ਬੱਚੇ ਜਿਹੜੇ ਹੁੰਦੇ ਨੇ ਉਹ ਜ਼ਿਆਦਾ ਤੋਂ ਜ਼ਿਆਦਾ ਕੁਐਸਚਨ ਪੁੱਛਦੇ ਨੇ। ਹਰ ਇੱਕ ਚੀਜ਼ ਦੇ ਪਿੱਛੇ ਉਹਨਾਂ ਦਾ ਕੁਐਸਚਨ ਹੁੰਦਾ, ਸਪੈਸ਼ਲੀ ਕਿਉਂ ਕੁਐਸਚਨ ਹੁੰਦਾ ਕਿ ਇਹ ਚੀਜ਼ ਕਿਉਂ ਹੋਈ, ਇੱਦਾਂ ਹੀ ਕਿਉਂ ਹੋਈ। ਬਹੁਤ ਜ਼ਿਆਦਾ ਕੁਐਸਚਨ ਜਿਹੜੇ ਪੁੱਛਦੇ ਆ, ਕਿਉਂਕਿ ਉਹਨਾਂ ਦੇ ਵਿੱਚ ਕਰਿਓਸਿਟੀ ਹੁੰਦੀ ਹੈ ਹਰ ਇੱਕ ਚੀਜ਼ ਨੂੰ ਜਾਣਨ ਦੀ, ਹਰ ਇੱਕ ਚੀਜ਼ ਨੂੰ ਬਹੁਤ ਡੀਪਲੀ ਓਬਜ਼ਰਵ ਕਰਦੇ ਨੇ। ਸੋ ਇਸ ਏਜ ਦੇ ਵਿੱਚ ਉਹਨਾਂ ਵਿੱਚ ਇਹ ਸਾਰੀ ਚੀਜ਼ਾਂ ਜਿਹੜੀ ਡਿਵੈਲਪ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਡਿਵੈਲਪਮੈਂਟ ਕੈਨ ਬੀ ਡਿਸਕ੍ਰਾਈਬਡ ਐਜ਼ ਗਰੋਥ ਇਨ ਕੋਗਨੀਟਿਵ ਸਟੇਟ, ਫਿਜ਼ੀਕਲ ਸਟੇਟ, ਸੋਸ਼ਲ ਸਟੇਟ, ਆਲ ਆਫ ਦੀ ਅਬਵ। ਤਾਂ ਵਿਕਾਸ ਜਿਹੜਾ ਉਸਨੂੰ ਆਪਾਂ ਕਹਿ ਸਕਦੇ ਹਾਂ ਕਿ ਇੱਕ ਵਾਧਾ ਹੈ। ਕਿਸ ਸਟੇਟ ਦੇ ਵਾਧੇ ਨੂੰ ਆਪਾਂ ਵਿਕਾਸ ਕਹਿੰਦੇ ਹਾਂ? ਕਿ ਅਸੀਂ ਬੌਧਿਕ ਵਾਧੇ ਨੂੰ ਵਿਕਾਸ ਕਹਿੰਦੇ ਹਾਂ, ਕਿ ਅਸੀਂ ਸਰੀਰਕ ਵਾਧੇ ਨੂੰ ਵਿਕਾਸ ਕਹਿੰਦੇ ਹਾਂ, ਜਾਂ ਅਸੀਂ ਸਮਾਜਿਕ ਵਾਧੇ ਨੂੰ ਵਿਕਾਸ ਕਹਿੰਦੇ ਹਾਂ, ਜਾਂ ਆਲ ਆਫ ਦੀ ਅਬਵ। ਸੋ ਇਸ ਦਾ ਰਾਈਟ ਆਪਸ਼ਨ ਹੋਏਗਾ ਜੀ ਨੰਬਰ 4, ਆਲ ਆਫ ਦੀ ਅਬਵ। ਕਿਉਂਕਿ ਡਿਵੈਲਪਮੈਂਟ, ਵਿਕਾਸ ਇੱਕ ਬਰੋਡਰ ਕਨਸੈਪਟ ਹੈ। ਸੋ ਸਾਰੇ ਤਰ੍ਹਾਂ ਦੇ ਸਾਰੇ ਹੀ ਐਸਪੈਕਟਸ ਦੇ ਵਿੱਚ ਜਦੋਂ ਆਪਣਾ ਵਾਧਾ ਹੁੰਦਾ ਤਾਂ ਉਸਨੂੰ ਮਿਲਾ ਕੇ ਹੀ ਵਿਕਾਸ ਬਣਦਾ ਹੈ। ਨੈਕਸਟ ਕੁਐਸਚਨ ਆਪਣੇ ਕੋਲ, ਦਾ ਡਿਫੀਕਲਟ ਏਜ ਆਫ ਡਿਵੈਲਪਮੈਂਟ ਇਜ਼। ਡਿਵੈਲਪਮੈਂਟ ਦੀ, ਵਿਕਾਸ ਦੀ ਸਭ ਤੋਂ ਡਿਫੀਕਲਟ, ਮੁਸ਼ਕਿਲ ਜਿਹੜਾ ਏਜ ਹੈ ਉਹ ਕਿਹੜੀ ਹੈ? ਸਭ ਤੋਂ ਪਹਿਲੀ ਹੈ ਜੀ ਅਰਲੀ ਚਾਈਲਡਹੁੱਡ, ਬੀ ਟੀਨਏਜ, ਸੀ ਯੰਗ ਅਡਲਟ ਏਜ, ਡੀ ਓਲਡ ਅਡਲਟ ਏਜ। ਸੋ ਇਸ ਦਾ ਰਾਈਟ ਆਪਸ਼ਨ ਹੋਏਗਾ ਜੀ ਬੀ ਟੀਨਏਜ, ਜਿਸਨੂੰ ਅਡੋਲਸੈਂਸ ਵੀ ਕਹਿ ਦਿੰਦੇ ਨੇ, ਅਡੋਲਸੈਂਸ ਏਜ ਵੀ ਕਹਿ ਦਿੰਦੇ ਨੇ, ਜਾਂ ਪੋਬਰਟੀ ਏਜ ਵੀ ਕਹਿ ਦਿੰਦੇ ਨੇ। ਸੋ ਇਸ ਨੂੰ ਹੀ ਸਟੇਨਲੇ ਹੋਲ ਨੇ ਸਟ੍ਰੈਸ ਐਂਡ ਸਟੋਰਮ ਦੀ ਏਜ ਵੀ ਕਹੀ ਹੈ। ਸੋ ਇਹੀ ਏਜ ਹੈ ਜੋ ਸਭ ਤੋਂ ਜ਼ਿਆਦਾ ਵਿਕਾਸ ਦੇ ਵਿੱਚ ਡਿਫੀਕਲਟ ਏਜ ਮੰਨੀ ਜਾਂਦੀ ਹੈ। ਇਸ ਦੇ ਬਾਰੇ ਸਟੇਜਸ ਆਫ ਡਿਵੈਲਪਮੈਂਟ ਵਾਲੀ ਵੀਡੀਓ ਦੇ ਵਿੱਚ ਤੁਸੀਂ ਚੰਗੀ ਤਰ੍ਹਾਂ ਇਸ ਨੂੰ ਪੜ੍ਹ ਸਕਦੇ ਹੋ। ਹਾਂਜੀ, ਨੈਕਸਟ ਕੁਐਸਚਨ ਆਪਣੇ ਕੋਲ, ਵਿਚ ਆਫ ਦਾ ਫੋਲੋਇੰਗ ਇਜ਼ ਨੋਟ ਕਰੈਕਟ ਅਬਾਊਟ ਦਾ ਮੀਨਿੰਗ ਆਫ ਡਿਵੈਲਪਮੈਂਟ। ਤਾਂ ਵਿਕਾਸ ਬਾਰੇ ਕਿਹੜੀ ਇਹਨਾਂ ਵਿੱਚੋਂ ਦਿੱਤੀ ਹੋਈ ਸਟੇਟਮੈਂਟ ਜਿਹੜੀ ਹੈ ਉਹ ਸਹੀ ਨਹੀਂ ਹੈ? ਸੋ ਫਸਟ ਆਪਸ਼ਨ ਹੈ ਜੀ ਇਟ ਇਜ਼ ਅ ਸੀਰੀਜ਼ ਆਫ ਚੇਂਜਸ ਐਜ਼ ਅ ਰਿਜ਼ਲਟ ਆਫ ਮੈਚਿਓਰਿਟੀ, ਇਟ ਇਜ਼ ਅ ਸੀਰੀਜ਼ ਆਫ ਚੇਂਜਸ ਐਜ਼ ਅ ਰਿਜ਼ਲਟ ਆਫ ਐਕਸਪੀਰੀਅੰਸ, ਇਟ ਇਜ਼ ਅ ਮੇਅਰ ਪ੍ਰੋਗਰੈਸਿਵ ਸੀਰੀਜ਼ ਆਫ ਚੇਂਜਸ, ਨਨ ਆਫ ਦੀ ਅਬਵ। ਤਾਂ ਇਹਨਾਂ ਵਿੱਚੋਂ ਰਾਈਟ ਆਪਸ਼ਨ ਕੀ ਹੋਏਗਾ? ਸੋ ਇਹਦੇ ਵਿੱਚ ਜਿਹੜਾ ਇਹਨਾਂ ਨੇ ਬੋਲਿਆ ਕਰੈਕਟ ਆਂਸਰ ਨਹੀਂ ਹੈ, ਸੋ ਉਹ ਹੋਏਗਾ ਜੀ ਆਪਸ਼ਨ ਨੰਬਰ 3, ਇਟ ਇਜ਼ ਅ ਮੇਅਰ ਪ੍ਰੋਗਰੈਸਿਵ ਸੀਰੀਜ਼ ਆਫ ਚੇਂਜਸ। ਸੋ ਡਿਵੈਲਪਮੈਂਟ ਨੂੰ ਆਪਾਂ ਡਿਫਾਈਨ ਕਰਦੇ ਹਾਂ ਤਾਂ ਸਿਰਫ ਪ੍ਰੋਗਰੈਸਿਵ ਸੀਰੀਜ਼ ਆਫ ਚੇਂਜਸ ਨਹੀਂ ਕਹਿੰਦੇ। ਆਪਾਂ ਨੂੰ ਪਤਾ ਹੈ ਜੀ ਉਹ ਜਿਹੜੇ ਚੇਂਜਸ ਹੁੰਦੇ ਆ ਡਿਊ ਟੂ ਮੈਚਿਓਰਿਟੀ ਹੁੰਦੇ ਆ, ਜੋ ਚੇਂਜਸ ਹੁੰਦੇ ਆ ਉਹ ਡਿਊ ਟੂ ਐਕਸਪੀਰੀਅੰਸ ਹੁੰਦੇ ਆ। ਸੋ ਰਾਈਟ ਆਪਸ਼ਨ ਜਿਹੜੀਆਂ ਰਾਈਟ ਸਟੇਟਮੈਂਟਸ ਆ, ਪਹਿਲੀਆਂ ਦੋਨੋਂ ਸਟੇਟਮੈਂਟਸ ਰਾਈਟ ਹੈ, ਲੇਕਿਨ ਥਰਡ ਸਟੇਟਮੈਂਟ ਇਸ ਦੀ ਰਾਈਟ ਨਹੀਂ ਹੈ। ਨੈਕਸਟ ਕੁਐਸਚਨ ਆਪਣੇ ਪਾਸ, ਕੁਐਸਚਨ ਨੰਬਰ 7, ਅਡੋਲਸੈਂਸ ਗੈਟ ਪਲੈਜ਼ਰ, ਯਾਨੀ ਕਿ ਕਿਸ਼ੋਰ ਅਵਸਥਾ ਵਿੱਚ ਜਿਹੜੇ ਕਿਸ਼ੋਰ ਬਾਲਕ ਹੁੰਦੇ ਨੇ ਉਹਨਾਂ ਨੂੰ ਕਦੋਂ ਜ਼ਿਆਦਾ ਵਧੀਆ ਲੱਗਦਾ ਹੈ? ਜਦੋਂ ਇਨ ਦਾ ਕੰਪਨੀ ਆਫ ਦੇਅਰ ਫਰੈਂਡਸ, ਜਦੋਂ ਆਪਣੇ ਫਰੈਂਡਸ ਦੇ ਨਾਲ, ਆਪਣੇ ਦੋਸਤਾਂ ਦੇ ਨਾਲ ਹੁੰਦੇ ਨੇ। ਨੰਬਰ ਬੀ, ਬਾਈ ਐਗਜ਼ਾਮਿਨਿੰਗ ਦੇਅਰ ਬੋਡੀ ਸਟਰਕਚਰ ਐਂਡ ਫਿਜ਼ਿਕ, ਤੋਂ ਆਪਣੀ ਬੋਡੀ ਸਟਰਕਚਰ ਨੂੰ, ਆਪਣੀ ਫਿਜ਼ਿਕ ਨੂੰ ਜਦੋਂ ਐਗਜ਼ਾਮਿਨ ਕਰਦੇ ਨੇ। ਸੀ, ਇਨ ਦਾ ਕੰਪਨੀ ਆਫ ਆਪੋਜ਼ਿਟ ਸੈਕਸ, ਜਦੋਂ ਆਪਣੇ ਆਪੋਜ਼ਿਟ ਸੈਕਸ ਯਾਨੀ ਕਿ ਅਗਰ ਲੜਕਾ ਤਾਂ ਲੜਕੀ ਨਾਲ, ਅਗਰ ਲੜਕੀ ਹੈ ਤਾਂ ਲੜਕੇ ਨਾਲ, ਉਹਨਾਂ ਦੀ ਕੰਪਨੀ ਦੇ ਵਿੱਚ ਹੁੰਦੇ ਨੇ। ਡੀ ਆਲ ਆਫ ਦੀ ਅਬਵ। ਤਾਂ ਇਸ ਦੇ ਵਿੱਚੋਂ ਰਾਈਟ ਆਂਸਰ ਕੀ ਆਏਗਾ? ਜੀ ਆਪਸ਼ਨ ਨੰਬਰ ਡੀ, all of the above। next question ਹੈ ਜੀ, ਡਿਵੈਲਪਮੈਂਟ ਸੀਕੁਐਂਸ ਸਟਾਰਟਸ ਵਿਦ ਡੈਸ਼ ਐਂਡ ਐਂਡਸ ਵਿਦ ਡੈਸ਼। ਤਾਂ ਡਿਵੈਲਪਮੈਂਟ ਕਿਸ ਸੀਕੁਐਂਸ ਨਾਲ ਸ਼ੁਰੂ ਹੁੰਦੀ ਹੈ, ਕਿਸ ਚੀਜ਼ ਨਾਲ ਸ਼ੁਰੂ ਹੁੰਦੀ ਹੈ ਤੇ ਕਿੱਥੇ ਜਾ ਕੇ ਖਤਮ ਹੁੰਦੀ ਹੈ? ਸੋ ਇਸ ਦਾ ਰਾਈਟ ਆਪਸ਼ਨ ਹੋਏਗਾ ਜੀ ਆਪਸ਼ਨ ਨੰਬਰ ਬੀ, ਓਵਮ ਸਪਰਮ। ਯਾਨੀ ਕਿ ਅਗਰ ਆਪਾਂ ਗਰਲਸ ਦੀ ਗੱਲ ਕਰ ਲਈਏ ਤਾਂ ਓਵਮ, ਅਗਰ ਆਪਾਂ ਬॉयਜ਼ ਦੀ ਗੱਲ ਕਰ ਲਈਏ ਤਾਂ ਸਪਰਮ। ਓਵਮ ਔਰ ਸਪਰਮ ਦੇ ਨਾਲ ਸ਼ੁਰੂ ਹੁੰਦੀ ਹੈ ਡਿਵੈਲਪਮੈਂਟ, ਤੇ ਬਾਸੋਸਿਸ ਤੇ ਜਾ ਕੇ ਇਹ ਜਿਹੜੀਆਂ ਐਂਡ ਹੁੰਦੀ ਹੈ। ਸੋ ਸੈਕਿੰਡ ਨੰਬਰ ਜਿਹੜਾ ਇਸ ਦਾ ਰਾਈਟ ਹੋਏਗਾ। ਨੈਕਸਟ ਕੁਐਸਚਨ ਆਪਣੇ ਕੋਲ, ਦਾ ਮੇਜਰ ਡਿਫਰੈਂਸ ਅਬਾਊਟ ਦਾ ਕੰਸੈਪਟ ਆਫ ਡਿਵੈਲਪਮੈਂਟ ਬਿਟਵੀਨ ਜੇਈ ਐਂਡਰਸਨ ਐਂਡ ਈ ਹਰਲੋਕ ਇਜ਼ ਦੈਟ।
ਤਾਂ ਉਹਨਾਂ ਨੇ ਪੁੱਛਿਆ ਜਿਹੜਾ ਮੇਜਰ ਡਿਫਰੈਂਸ ਹੈ ਡਿਵੈਲਪਮੈਂਟ ਦੇ ਕੰਸੈਪਟ ਨੂੰ ਲੈ ਕੇ ਦੋ ਸਾਈਕੋਲੋਜਿਸਟ ਦੀ ਇੱਥੇ ਗੱਲ ਕੀਤੀ ਗਈ ਹੈ, ਜੇਈ ਐਂਡਰਸਨ ਤੇ ਈ ਹਰਲੋਗ ਦੀ। ਤਾਂ ਉਹਨਾਂ ਦੋਨਾਂ ਦੇ ਵਿਕਾਸ ਦੇ ਬਾਰੇ ਜੋ ਵੀ ਉਹਨਾਂ ਦੇ ਵਿਚਾਰ ਹੈ ਉਹਨਾਂ ਦੇ ਵਿੱਚ ਕੀ ਮੇਨ ਡਿਫਰੈਂਸ ਹੈਗਾ। ਐਂਡਰਸਨ ਡਿਵੈਲਪਮੈਂਟ ਨੂੰ ਕੀ ਕੰਸੀਡਰ ਕਰਦੇ ਨੇ ਤੇ ਹਰਲੋਗ ਡਿਵੈਲਪਮੈਂਟ ਨੂੰ ਕੀ ਕੰਸੀਡਰ ਕਰਦੇ ਨੇ। ਫਰਸਟ ਆਪਸ਼ਨ ਹੈ ਕਿ ਜੋ ਐਂਡਰਸਨ ਹੈ ਉਹ ਡਿਵੈਲਪਮੈਂਟ ਨੂੰ ਕੰਸੀਡਰ ਇਟ ਐਜ਼ ਗਰੋਥ ਐਂਡ ਬਿਹੇਵੀਅਰਲ ਚੇਂਜਸ, ਤੇ ਉੱਥੇ ਜੋ ਈ ਹਰਲੋਗ ਹੈ ਉਹ ਪ੍ਰੋਸੈਸ ਫॉर ਐਨ ਆਰਗੈਨਿਜ਼ਮ, ਉਸਨੂੰ ਆਰਗੈਨਿਜ਼ਮਸ ਲਈ ਇੱਕ ਪ੍ਰੋਸੈਸ ਸਮਝਦੇ ਨੇ। ਦੂਸਰਾ ਆਪਸ਼ਨ ਹੈ ਜੋ ਐਂਡਰਸਨ ਹੈ ਉਹ ਗਰੋਥ ਐਂਡ ਬਿਹੇਵੀਅਰਲ ਚੇਂਜਸ ਸਮਝਦੇ ਨੇ, ਪਰ ਉੱਥੇ ਹੀ ਜਿਹੜੇ ਹਰਲੋਗ ਹੈ ਉਹ ਗਰੋਥ ਐਂਡ ਚੇਂਜਸ ਰਿਲੇਟਿੰਗ ਟੂ ਮੈਚਿਓਰਿਟੀ ਸਮਝਦੇ ਨੇ। ਆਪਸ਼ਨ ਨੰਬਰ 3 ਹੈ ਕਿ ਜੋ ਐਂਡਰਸਨ ਹੈ ਉਹ ਗਰੋਥ ਐਂਡ ਚੇਂਜਸ ਰਿਲੇਟਿੰਗ ਟੂ ਮੈਚਿਓਰਿਟੀ ਸਮਝਦੇ ਨੇ ਡਿਵੈਲਪਮੈਂਟ ਨੂੰ, ਤੇ ਉੱਥੇ ਜੋ ਹਰਲੋਗ ਹੈ ਉਹ ਇਸ ਨੂੰ ਪ੍ਰੋਸੈਸਿਸ ਫॉर ਮੈਚਿਓਰਿੰਗ ਐਂਡ ਆਰਗੈਨਿਜ਼ਮ ਸਮਝਦੇ ਨੇ, ਜਾਂ ਨਨ ਆਫ ਦੀ ਅਬਵ। ਇਸ ਦਾ ਰਾਈਟ ਆਪਸ਼ਨ ਹੈ ਜੀ ਆਪਸ਼ਨ ਨੰਬਰ 2। ਜੋ ਐਂਡਰਸਨ ਹੈ ਉਹ ਡਿਵੈਲਪਮੈਂਟ ਨੂੰ ਐਜ਼ ਅ ਗਰੋਥ ਐਂਡ ਬਿਹੇਵੀਅਰਲ ਚੇਂਜਸ ਸਮਝਦੇ ਨੇ, ਤੇ ਉੱਥੇ ਹਰਲੋਗ ਜੋ ਹੈ ਉਹ ਇਸ ਨੂੰ ਗਰੋਥ ਐਂਡ ਚੇਂਜਸ ਰਿਲੇਟਿੰਗ ਟੂ ਮੈਚਿਓਰਿਟੀ ਸਮਝਦੇ ਹਨ। ਨੈਕਸਟ ਕੁਐਸਚਨ ਹੈ ਜੀ ਆਪਣੇ ਕੋਲ, ਦਾ ਮੋਸਟ ਐਪਰੋਪਰੀਏਟ ਮੀਨਿੰਗ ਆਫ ਲਰਨਿੰਗ ਇਜ਼, ਲਰਨਿੰਗ ਦਾ ਸਭ ਤੋਂ ਸਹੀ ਔਰ ਅਪਰੋਪਰੀਏਟ ਮੀਨਿੰਗ ਜੋ ਨੀਚੇ 4 ਆਪਸ਼ਨ ਦਿੱਤੇ ਹੋਏ ਇਹਨਾਂ ਵਿੱਚੋਂ ਕਿਹੜਾ ਹੈ। ਆਪਸ਼ਨ ਨੰਬਰ ਏ ਐਕੁਸੀਏਸ਼ਨ ਆਫ ਸਕਿੱਲਸ, ਬੀ ਇਨਕਲਕੇਸ਼ਨ ਆਫ ਨੌਲੇਜ, ਸੀ ਮੋਡੀਫਿਕੇਸ਼ਨ ਆਫ ਬਿਹੇਵੀਅਰ, ਡੀ ਪਰਸਨਲ ਐਡਜਸਟਮੈਂਟਸ। ਸੋ ਇਹ ਆਪਸ਼ਨ ਕਹਿ ਰਿਹਾ ਕਿ ਸਕਿੱਲਸ ਨੂੰ ਲੈਣਾ ਲਰਨਿੰਗ ਹੈ, ਬੀ ਕਹਿ ਰਿਹਾ ਨੌਲੇਜ ਨੂੰ ਲੈਣਾ ਲਰਨਿੰਗ ਹੈ, ਬਿਹੇਵੀਅਰ ਦੇ ਵਿੱਚ ਚੇਂਜ ਆਉਣਾ ਮੋਡੀਫਿਕੇਸ਼ਨ ਆਉਣਾ, ਪਰਸਨਲ ਐਡਜਸਟਮੈਂਟ ਕਰ ਪਾਉਣਾ ਉਹ ਲਰਨਿੰਗ ਹੈ। ਸੋ ਇਸ ਦਾ ਰਾਈਟ ਆਪਸ਼ਨ ਹੋਏਗਾ ਜੀ ਆਪਸ਼ਨ ਨੰਬਰ ਸੀ, ਕਿਉਂਕਿ ਜਦੋਂ ਆਪਾਂ ਲਰਨਿੰਗ ਦਾ ਮੀਨਿੰਗ ਕੀਤਾ ਸੀ ਉਦੋਂ ਆਪਾਂ ਤੁਹਾਨੂੰ ਕਰਾਇਆ ਸੀ ਕਿ ਲਰਨਿੰਗ ਕੀ ਹੈ, ਇੱਕ ਰਿਲੇਟਿਵ ਪਰਮਾਨੈਂਟ ਚੇਂਜ ਆਫ ਬਿਹੇਵੀਅਰ ਹੈ। ਸੋ ਚੇਂਜ ਜਾਂ ਮੋਡੀਫਿਕੇਸ਼ਨ ਆਫ ਬਿਹੇਵੀਅਰ ਨੂੰ ਹੀ ਆਪਾਂ ਲਰਨਿੰਗ ਕਹਿੰਦੇ ਹਾਂ। ਸੋ ਇਸ ਦਾ ਰਾਈਟ ਆਪਸ਼ਨ ਹੋਏਗਾ ਆਪਸ਼ਨ ਨੰਬਰ ਸੀ। ਨੈਕਸਟ ਕੁਐਸਚਨ ਹੈ ਜੀ ਆਪਣੇ ਕੋਲ, ਵਿਚ ਆਫ ਦ ਫੋਲੋਇੰਗ ਵਿਚ ਆਫ ਦ ਗਿਵਨ ਸਟੇਟਮੈਂਟ ਇਜ਼ ਪਾਰਸ਼ਲੀ ਕਰੈਕਟ ਅਬਾਊਟ ਦ ਕਰੈਕਟਰਿਸਟਿਕਸ ਆਫ ਡਿਵੈਲਪਮੈਂਟ। ਕਰੈਕਟਰਿਸਟਿਕਸ ਆਫ ਦੀ ਡਿਵੈਲਪਮੈਂਟ ਬਾਰੇ ਇਹਨਾਂ ਵਿੱਚੋਂ ਕਿਹੜੀ ਸਟੇਟਮੈਂਟ ਜਿਹੜੀ ਆ ਉਹ ਕਰੈਕਟ ਹੈ। ਫਸਟ ਹੈ ਈਚ ਫੇਜ਼ ਆਫ ਡਿਵੈਲਪਮੈਂਟ ਹੈਜ਼ ਇਟਸ ਓਨ ਵੇਰੀਏਬਲ। Second है development is a process that is continuous, predictable and has individual differences. C है each phase of development is with its own characteristic behavior. ਤੇ D है development is affected by cultural changes to a certain extent. So is the right option होगा जी option number 4. Development is affected by cultural changes to a certain extent. तो विकास ਜਿਹੜਾ ਹੈ ਉਹ ਸੱਭਿਆਚਾਰਕ ਜਿਹੜੇ ਬਦਲਾਵ ਹੈ ਉਹਨਾਂ ਨਾਲ ਕੁਝ ਹੱਦ ਤੱਕ ਜਿਹੜਾ ਉਹ ਪ੍ਰਭਾਵਿਤ ਹੁੰਦਾ ਹੈ। ਸੋ ਇਹ ਇਸ ਦਾ ਰਾਈਟ ਆਪਸ਼ਨ ਹੋਏਗਾ। ਨੈਕਸਟ ਆਪਣੇ ਕੋਲ ਹੈ ਜੀ ਲਰਨਿੰਗ ਇਜ਼, ਸਿੱਖਣਾ ਕੀ ਹੈ। ਅ ਚੇਂਜ ਇਨ ਬਿਹੇਵੀਅਰ, ਅ ਰਿਜ਼ਲਟ ਆਫ ਐਕਸਪੀਰੀਅੰਸ ਔਰ ਪ੍ਰੈਕਟਿਸ, ਐਕਸਪੀਰੀਅੰਸ ਜਾਂ ਪ੍ਰੈਕਟਿਸ ਦਾ ਨਤੀਜਾ ਹੈ, ਰਿਲੇਟਿਵਲੀ ਪਰਮਾਨੈਂਟ ਚੇਂਜ ਇਨ ਬਿਹੇਵੀਅਰ ਜਾਂ ਆਲ ਆਫ ਦੀ ਅਬਵ। ਤਾਂ ਜਦੋਂ ਆਪਾਂ ਲਰਨਿੰਗ ਦੀ ਡੈਫੀਨੇਸ਼ਨ ਕੀਤੀ ਸੀ ਸਾਰੇ ਹੀ ਚੰਗੀ ਤਰ੍ਹਾਂ ਤੁਹਾਨੂੰ ਕਰਵਾਏ ਸੀ। ਸੋ ਇਸਦਾ ਰਾਈਟ ਆਪਸ਼ਨ ਹੋਏਗਾ ਜੀ 4th, ਸਾਰੀ ਹੀ ਚੀਜ਼ਾਂ ਜਿਹੜੀਆਂ ਸਹੀ ਹੈ। ਸਿੱਖਣਾ ਕੀ ਹੈ ਐਕਚੁਅਲੀ ਰਿਲੇਟਿਵਲੀ ਪਰਮਾਨੈਂਟ ਚੇਂਜ ਇਨ ਬਿਹੇਵੀਅਰ ਹੈ। ਜਦੋਂ ਵੀ ਉਹੀ ਚੀਜ਼ ਆਪਾਂ ਸਿੱਖਦੇ ਹਾਂ ਤਾਂ ਆਪਣੇ ਵਿੱਚ ਜਿਹੜੀ ਉਹ ਚੇਂਜ ਲੈ ਕੇ ਆਉਂਦੀ ਹੈ, ਸਾਡੀ ਬਿਹੇਵੀਅਰ ਦੇ ਵਿੱਚ ਜੋ ਚੇਂਜ ਲੈ ਕੇ ਆਉਂਦੀ ਹੈ ਉਹ ਇੱਕ ਪਰਮਾਨੈਂਟ ਚੇਂਜ ਹੁੰਦਾ ਹੈ, ਪਲੱਸ ਉਹ ਪਹਿਲੇ ਨਾਲੋਂ ਸਾਡੇ ਬਿਹੇਵੀਅਰ ਦੇ ਵਿੱਚ ਕੁਛ ਨਾ ਕੁਛ ਇੰਪਰੂਵ ਕਰਵਾਉਂਦੀ ਹੈ। ਸੋ ਰਿਲੇਟਿਵ ਚੇਂਜ ਹੁੰਦਾ। ਸੋ ਇਹ ਸੀਗੇ ਜੀ MCQs। ਆਈ ਹੋਪ MCQs ਦੀ ਸਾਰੀ ਸੀਰੀਜ਼ ਤੁਹਾਨੂੰ ਚੰਗੀ ਤਰ੍ਹਾਂ ਸਮਝ ਆਈ ਹੋਏਗੀ, ਤੁਹਾਡੇ ਲਈ ਕਾਫੀ ਹੈਲਪਫੁਲ ਰਹੀ ਹੋਏਗੀ। ਜੇ ਵੀਡੀਓ ਤੁਹਾਡੇ ਲਈ ਹੈਲਪਫੁਲ ਰਹੀ ਹੈ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰੋ, ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ। ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲੈਣਾ, ਉਸ ਤੋਂ ਬਾਅਦ ਆਲ ਨੂੰ ਜ਼ਰੂਰ ਪ੍ਰੈਸ ਕਰ ਦਿਓ ਤਾਂ ਕਿ ਤੁਹਾਨੂੰ ਇਸੇ ਤਰ੍ਹਾਂ ਸਾਰੀ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ। ਪਰ ਕਈ ਵਾਰ ਅਗਰ ਤੁਹਾਡੇ ਤੱਕ YouTube ਦੀ ਨੋਟੀਫਿਕੇਸ਼ਨ ਨਹੀਂ ਪਹੁੰਚ ਪਾਉਂਦੀ ਤਾਂ ਪਲੀਜ਼ ਟੈਲੀਗ੍ਰਾਮ ਚੈਨਲ ਨੂੰ ਜ਼ਰੂਰ ਜੁਆਇਨ ਕਰੋ। ਉਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚੋਂ ਮਿਲ ਜਾਏਗਾ ਤਾਂ ਕਿ ਹਰ ਇੱਕ ਨੋਟੀਫਿਕੇਸ਼ਨ ਤੁਹਾਡੇ ਤੱਕ ਟਾਈਮ ਸਿਰ ਤੇ ਸਭ ਤੋਂ ਪਹਿਲਾਂ ਪਹੁੰਚਦੀ ਰਹੇ। ਥੈਂਕ ਯੂ।